ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਬੇਲਗਾਮ ਸਿਆਸਤ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਦੇਸ਼ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਫੈਲੀ ਹੋਈ ਹੈ, ਕਿਸਾਨ ਅੰਦੋਲਨ ਚੱਲ ਰਿਹਾ, ਪਰ ਜਿਹੜੇ ਦੇਸ਼ ਦੇ ਰਾਜਸੀ ਆਗੂ ਨੇ ਇਹ ਕਿਸਾਨਾਂ ਦੀ ਲੋਕਾਂ ਦੀ ਮੁਸ਼ਕਲਾਂ ਨੂੰ ਹੱਲ ਕਰਨ ਦੀ ਥਾਂ 'ਤੇ ਆਪਣੀ ਸਿਆਸੀ ਜ਼ਮੀਨ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਜੇਕਰ ਗੱਲ ਕਰੀਏ ਕਾਂਗਰਸ ਦੀ, ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੇ ਵਖਰੇਵੇਂ ਤਾਂ ਸਭ ਦੇ ਸਾਹਮਣੇ ਹੀ ਨੇ। ਪਹਿਲਾਂ ਸੁਖਜਿੰਦਰ ਰੰਧਾਵੇ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਫਿਰ ਨਵਜੋਤ ਸਿੱਧੂ ਵੱਲੋਂ ਟਵੀਟ ਕੀਤੇ ਜਾਂਦੇ ਨੇ ਤੇ ਚੰਨੀ ਦਾ ਕੇਸ ਸਾਹਮਣੇ ਆਉਂਦਾ ਤੇ ਅੱਜ ਪ੍ਰਗਟ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਇਹ ਕਾਂਗਰਸ ਪਾਰਟੀ 'ਚ ਜੋ ਵਖਰੇਵੇਂ ਚੱਲ ਰਹੇ ਨੇ, ਜੋ ਹਾਲਾਤ ਇਸ ਟਾਈਮ ਤੁਹਾਨੂੰ ਦਿਖ ਰਹੇ ਨੇ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਤਾਂ ਓਵਰਆਲ ਪੋਲਿਟਿਕਸ ਦਾ ਹੀ ਸਾਡੇ ਕਿਰਦਾਰ ਜਿਹੜਾ ਉਹ ਬੜਾ ਨੀਚੇ ਹੁੰਦਾ ਜਾ ਰਿਹਾ ਲਗਾਤਾਰ, ਕਿਉਂਕਿ ਪਾਰਟੀਆਂ ਦੇ ਅੰਦਰ ਜਮਹੂਰੀਅਤ ਖਤਮ ਹੋ ਰਹੀ ਹੈ। ਪਾਰਟੀਆਂ ਦੀ ਜਿਹੜੀ ਪ੍ਰਤੀਬੱਧਤਾ ਸੀ ਵਿਚਾਰਧਾਰਕ ਤੌਰ 'ਤੇ ਕਿ ਅਸੀਂ ਇਹੋ ਜਿਹਾ ਸ਼ਾਸਨ ਲਿਆਉਣਾ ਹੈ, ਉਹ ਬਿਲਕੁਲ ਸਾਈਡਲਾਈਨ ਹੋ ਰਿਹਾ। ਹੁਣ ਤਾਂ ਵੋਟ ਬੈਂਕ ਦੀ ਸਿਆਸਤ ਹੈ, ਜਿਹਨੂੰ ਆਪਾਂ ਕਹਿ ਰਹੇ ਹਾਂ ਕਿ ਵੋਟਾਂ ਕਿਵੇਂ ਲੈਣੀਆਂ ਨੇ। ਇਸੇ ਵੋਟ ਬੈਂਕ ਦੀ ਸਿਆਸਤ ਦੇ ਵਿੱਚੋਂ ਫਿਰ ਵਾਅਦੇ ਹੁੰਦੇ ਨੇ, ਫਿਰ ਆ ਵਾਅਦੇ ਘਰ ਘਰ ਰੁਜ਼ਗਾਰ ਦਾ, ਸਭ ਨੂੰ ਜਿਹੜਾ ਨਸ਼ੇ ਦਾ ਲੱਕ ਤੋੜਨ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਜਿੰਨੇ ਵੀ ਮਾਮਲੇ ਬਾਕੀ ਆਏ ਨੇ, ਚਾਹੇ ਕਰਜ਼ਾ ਮਾਫੀ ਦਾ, ਉਹਦੇ 'ਚੋਂ ਆਉਂਦੇ ਨੇ। ਫਿਰ ਉਹ ਪੂਰੇ ਨਹੀਂ ਹੁੰਦੇ ਕਿਸੇ ਵੀ ਰੂਪ 'ਚ, ਕਿਉਂਕਿ ਤੁਹਾਡੇ ਕੋਲ ਕੋਈ ਸਟੇਟ ਨੂੰ ਕਿਵੇਂ ਚਲਾਉਣਾ ਜਾਂ ਦੇਸ਼ ਨੂੰ ਕਿਵੇਂ ਚਲਾਉਣਾ ਉਹਦੀ ਵਿਉਂਤਬੰਦੀ ਹੈ ਨਹੀਂ, ਅਤੇ ਕੋਈ ਵਿਚਾਰਧਾਰਕ ਤੁਹਾਡੇ ਕੋਲ ਚੌਕਟਾ ਹੈ ਨਹੀਂ ਕਿ ਤੁਸੀਂ ਇਹਨੂੰ ਕਿਵੇਂ ਠੀਕ ਕਰੋਗੇ, ਕਿਸ ਤਰੀਕੇ ਨਾਲ ਜਾਓਗੇ। ਤਾਂ ਫਿਰ ਹੁੰਦੇ ਜਿਹੜੀ ਇੰਟਰਨਲ ਸੱਤਾ ਦੀ ਲੜਾਈ ਹੁੰਦੀ ਆ ਅੰਦਰੂਨੀ, ਅਤੇ ਉਹ ਸੱਤਾ ਦੀ ਲੜਾਈ ਦੇ ਵਿੱਚੋਂ ਹਰ ਕੋਈ ਲੱਭਦਾ ਕਿ ਜਿਹੜਾ ਮੇਨ ਬੰਦਾ ਬੈਠਾ ਅਤੇ ਉਹਦੇ 'ਤੇ ਖਾਤੇ ਕਿਉਂ ਨਾ ਪਾਈਏ ਆਪਾਂ ਇਹ ਗੱਲ, ਅਤੇ ਦੂਜੇ ਬੰਦੇ ਉਹਦੇ 'ਚੋਂ ਕੋਸ਼ਿਸ਼ ਕਰਦੇ ਨੇ ਕਿ ਅਗਲੀ ਵਾਰੀ ਮੇਰੀ ਆ ਜੇ। ਅਤੇ ਇਸੇ ਤਰ੍ਹਾਂ ਜਿਹੜਾ ਮੇਨ ਬੰਦਾ ਬੈਠਾ ਹੁੰਦਾ ਉਹ ਮਹਿਸੂਸ ਕਰਦਾ ਕਿ ਹੁਣ ਇਹ ਸਾਰੇ ਮੇਰੇ ਕਰਿੰਦਿਆਂ ਦੀ ਤਰ੍ਹਾਂ ਨੇ, ਜੇ ਬੋਲਣਗੇ ਤਾਂ ਅੱਜ ਕੱਲ੍ਹ ਸਾਡੇ ਇਹ ਦੇਸ਼ ਦੇ ਵਿੱਚ ਇੱਕ ਪ੍ਰਚਲਨ ਹੋ ਗਿਆ ਬੜੇ ਲੰਮੇ ਸਮੇਂ ਤੋਂ ਕਿ ਜਿੰਨਾ ਚਿਰ ਉਹ ਚਾਪਲੂਸੀ ਕਰਦਾ ਕੋਈ ਬੰਦਾ, ਜਿੰਨਾ ਚਿਰ ਖਾਮੋਸ਼ ਰਹਿੰਦਾ ਹੈ ਕਿਸੇ ਵੀ ਕੰਮਾਂ ਦੇ ਉੱਤੇ, ਮੁੱਦਿਆਂ ਦੇ ਉੱਤੇ ਜਾਂ ਗਲਤ ਜੋ ਵੀ ਹੋ ਰਿਹਾ ਹੈ, ਉਨਾ ਚਿਰ ਉਹ ਚਾਹੇ ਕਰਪਸ਼ਨ ਵੀ ਕਰਦਾ ਰਹੇ, ਜੋ ਮਰਜ਼ੀ ਲੋਕਾਂ ਦੇ ਜਿਹੜੇ ਪੈਸੇ ਨੇ ਜਾਂ ਟੈਕਸ ਨੇ ਉਹਨਾਂ ਦੀ ਬਰਬਾਦੀ ਕਰਦਾ ਰਹੇ, ਜਿੱਥੇ ਵੀ ਮਰਜ਼ੀ ਅਹੁਦੇ ਮਾਣਦਾ ਰਹੇ, ਉਦੋਂ ਤੱਕ ਕੋਈ ਉਹਦੇ ਨਾਲ ਛੇੜਛਾੜ ਨਹੀਂ। ਹਾਲਾਂਕਿ ਗੌਰਮੈਂਟਾਂ ਜਾਂ ਪਾਰਟੀਆਂ ਤਾਂ ਚੱਲਣੀਆਂ ਇਸ ਗੱਲ 'ਤੇ ਚਾਹੀਦੀਆਂ ਨੇ ਕਿ ਜਦੋਂ ਗਲਤੀ ਕੀਤੀ ਉਹਦੀ ਜਵਾਬਦੇਹੀ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਅਹੁਦੇ 'ਤੇ ਬੈਠਾ ਬੰਦਾ, ਪਰ ਉਨਾ ਚਿਰ ਕੋਈ ਸਮੱਸਿਆ ਨਹੀਂ ਹੈ। ਜਦੋਂ ਉਹ ਕੋਈ ਸਵਾਲ ਉਠਾਉਂਦਾ, ਉਦੋਂ ਬਾਅਦ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਇਹਨਾਂ ਦੀ ਫਾਈਲ ਖੋਲ੍ਹੋ ਵੀ। ਇਹੀ ਗੱਲ ਦਿੱਲੀ ਲੈਵਲ 'ਤੇ ਹੋ ਰਹੀ ਹੈ, ਪਹਿਲਾਂ ਕਾਂਗਰਸ ਕਰ, ਅੱਜ ਕੱਲ੍ਹ ਨਰਿੰਦਰ ਮੋਦੀ ਦੀ ਗੌਰਮੈਂਟ ਕਰ ਰਹੀ ਹੈ ਕਿ ਜੇ ਚੀਫ ਮਿਨਿਸਟਰ ਵੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਖਿਲਾਫ ਉਹਦੀ ਵੀ ਫਾਈਲ CBI ED ਜਾਂ ਬਾਕੀ ਕੋਲ ਖੋਲ੍ਹੋ। ਜੇ ਕੋਈ ਹੋਰ ਪੋਲੀਟੀਕਲ ਲੀਡਰ ਕਰਦੇ ਨੇ ਉਹਨਾਂ ਦੀਆਂ ਵੀ ਫਾਈਲਾਂ ਖੋਲ੍ਹੋ। ਉਹੀ ਤਰੀਕਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਇੱਥੇ ਕਰ ਰਹੀ ਹੈ ਅਤੇ ਬਾਕੀ ਸਰਕਾਰਾਂ 'ਚ ਵੀ ਲਗਭਗ ਇਹੋ ਜਿਹਾ ਮਾਹੌਲ ਬਣ ਰਿਹਾ ਸਾਰੇ ਕਿਤੇ ਕਿ ਉਹ ਫਾਈਲ ਖੋਲ੍ਹੋ ਜੀ। ਅਤੇ ਹੁਣ ਉਹ ਫਾਈਲਾਂ ਕਿੰਨਾ ਚਿਰ ਖੋਲ੍ਹ ਕੇ ਕਿਸ ਟਾਈਪ ਦਾ ਕੰਮ ਚੱਲੂ, ਜਿਵੇਂ ਅੱਜ ਦੀਆਂ ਘਟਨਾਵਾਂ ਜਿਹੜੀਆਂ ਸਾਡੇ ਨੇ ਉਹ ਉਸੇ ਕਲਚਰ ਦਾ ਹਿੱਸਾ ਨੇ, ਉਸੇ ਸੱਭਿਆਚਾਰ ਦਾ ਹਿੱਸਾ ਨੇ, ਜਿਹੜੀਆਂ ਇਸ ਢੰਗ ਨਾਲ ਬੰਦਿਆਂ ਨੂੰ ਇਕੱਠੇ ਕੁਨਬੇ ਨੂੰ ਇਕੱਠਾ ਕਰਨ ਦੀ ਗੱਲ ਕਰਦੀਆਂ ਨੇ ਕਿ ਦੂਜੇ ਨੂੰ ਬਾਹਰ ਕਰ ਦਾਂਗੇ ਜਾਂ ਦੂਜੇ ਨੂੰ ਡਰਾ ਦਾਂਗੇ ਜਾਂ ਧਮਕਾ ਦਾਂਗੇ। ਸਭ ਤੋਂ ਬੜਾ ਜਿਹੜਾ ਖੁਲਾਸਾ ਇਸ ਦਿਨਾਂ ਦੇ ਵਿੱਚ ਹੋਇਆ ਅਤੇ ਜਿਹੜਾ ਪ੍ਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਅਤੇ ਪ੍ਰਗਟ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇੱਕ ਗੱਲ ਕਰਦਾ ਆ ਰਿਹਾ, ਪਹਿਲਾਂ ਚੀਫ ਮਿਨਿਸਟਰ ਨੂੰ ਚਿੱਠੀ ਵੀ ਲਿਖੀ ਸੀ, ਸਾਲ ਤੋਂ ਉੱਪਰ ਹੋ ਗਿਆ ਉਹਨੇ ਇਹਨਾਂ ਗੱਲਾਂ ਬਾਰੇ ਕਿ ਆਹ ਸਾਰੇ ਮੁੱਦੇ ਨੇ, ਇਹਨਾਂ ਬਾਰੇ ਸਾਡੀ ਸਰਕਾਰ ਕੁਝ ਨਹੀਂ ਕਰ ਰਹੀ। ਉਦੋਂ ਪਹਿਲਾਂ ਵੀ ਉਹਨੇ ਇੰਟਰਵਿਊਆਂ ਦਿੱਤੀਆਂ, ਫਿਰ ਹੁਣ ਇਹਨਾਂ ਮੀਟਿੰਗਾਂ ਦੇ ਵਿੱਚ ਜਾ ਕੇ ਵੀ ਉਹਨੇ ਕਿੰਨੀਆਂ ਗੱਲਾਂ ਕੀਤੀਆਂ, ਜਾ ਕੇ ਇਹ ਗੱਲ ਕੀਤੀ। ਤਾਂ ਉਹਦਾ ਕਹਿਣਾ ਕਿ ਉਹਨੂੰ ਵੀਰਵਾਰ ਨੂੰ, ਪਿਛਲੇ ਲੰਘੇ ਵੀਰਵਾਰ ਨੂੰ ਥ੍ਰੈਟ ਆਉਂਦਾ, ਚੀਫ ਮਿਨਿਸਟਰ ਦੇ ਦਫ਼ਤਰ ਦੇ ਵਿੱਚ ਬੈਠਾ ਜਿਹੜਾ ਇੱਕ ਅਧਿਕਾਰੀ ਹੈ ਇੱਕ ਟਾਈਪ ਦਾ, ਉਹ ਉਹਨੂੰ ਫੋਨ ਕਰਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ, ਜਿਹੜਾ ਪ੍ਰਗਟ ਸਿੰਘ ਕਹਿ ਰਿਹਾ ਕਿ ਮੈਨੂੰ ਉਹਨਾਂ ਨੇ ਕਿਹਾ ਤੇਰੀ ਫਾਈਲ ਖੋਲ੍ਹ ਲਈ, ਤੈਨੂੰ ਠੋਕ ਦਿਆਂਗੇ ਜੀ। ਇਹ ਜਿਹੜਾ ਇੱਕ ਤਾਂ ਢੰਗ ਤਰੀਕਾ ਹੈ। ਪਹਿਲੀ ਗੱਲ ਤਾਂ ਸਟੇਟ ਚੱਲਦੀ ਕਿਵੇਂ, ਇੱਕ ਪਾਰਟੀ ਹੈ, ਇੱਕ ਪੋਲੀਟੀਕਲ ਸਿਸਟਮ ਹੈ, ਇੱਕ ਚੁਣਿਆ ਹੋਇਆ ਨੁਮਾਇੰਦਾ, ਅਤੇ ਉਹਦੇ ਨਾਲ ਕਿਵੇਂ ਡੀਲ ਕਰਨਾ ਹੈ, ਇਹ ਆਪਦੇ ਆਪ 'ਚ ਹੀ ਇਹ ਦੇਖਿਆ ਜਾਂਦਾ ਕਿ CMO ਦੇ ਵਿੱਚੋਂ ਜੇਕਰ ਇਹੋ ਜਿਹੀਆਂ ਕਹਾਣੀਆਂ ਆਉਣਗੀਆਂ ਕਿ ਫਲਾਣੇ ਨੂੰ ਠੋਕ ਦੇਣਾ, ਫਲਾਣੇ ਨੂੰ ਰੱਖ ਦੇਣਾ, ਫਲਾਣੇ ਨੂੰ ਜੇ ਕਰ ਦੇਣਾ, ਇਹਦਾ ਮਤਲਬ ਗੌਰਮੈਂਟ ਰਾਜਨੀਤੀ ਦੇ ਅਪਰਾਧੀਕਰਨ ਨੂੰ ਸਿਧਾਂਤਕ ਤੌਰ 'ਤੇ ਵੀ ਔਰ ਪ੍ਰੈਕਟੀਕਲ ਤੌਰ 'ਤੇ ਵੀ ਮੰਨਣ ਲੱਗ ਗਈ ਹੈ ਕਿ ਅਸੀਂ ਇਹ ਕਰਾਂਗੇ। ਪਹਿਲਾਂ ਅੱਗੇ ਪ੍ਰੈਕਟਿਸ 'ਚ ਕਰਦੇ ਹੁੰਦੇ ਸੀ, ਸਿਧਾਂਤਕ ਤੌਰ 'ਤੇ ਹੁੰਦਾ ਸੀ ਵੀ ਨਹੀਂ ਜੀ ਅਸੀਂ ਤਾਂ ਬਿਲਕੁਲ ਨਹੀਂ ਕਰਦੇ ਇਹ ਗੱਲਾਂ ਨੇ। ਔਰ ਦੂਜੀ ਗੱਲ ਇਸ ਕਰਕੇ ਵੀ ਹੋ ਗਈ ਹੈ ਕਿ ਨਾਰਮਲੀ ਪ੍ਰਗਟ ਸਿੰਘ ਦਾ ਇੱਕ ਜਿਹੜਾ ਛਵੀ ਹੈ ਲੋਕਾਂ ਦੇ ਵਿੱਚ ਅਤੇ ਇਮੇਜ ਹੈ ਓਵਰਆਲ, ਉਹ
ਜਿਹੜੇ ਹੁਣ ਦੀ ਸਿਚੁਏਸ਼ਨ 'ਚ ਜਿਹੜੇ MLA ਨੇ ਉਹਨਾਂ ਦੇ ਨਾਲ ਜੁੜ ਕੇ ਜੇ ਕਿਹਾ ਜਾਂਦਾ ਕਿ ਪ੍ਰਗਟ ਮੁਕਾਬਲਤਨ ਜਿਹੜਾ ਆਪਣੀ ਗੱਲ ਬੇਬਾਕੀ ਨਾਲ ਕਹਿਣ ਵਾਲਾ ਤੇ ਓਨੈਸਟ MLA ਦੇ ਤੌਰ ਤੇ ਮੰਨਿਆ ਜਾਂਦਾ ਕਿ ਨਹੀਂ ਜੀ ਇਹਦੇ ਤੇ ਕੋਈ ਇਹੋ ਜਿਹਾ ਦਾਗ ਨਹੀਂ ਹੈ ਫਿਲਹਾਲ। ਤੇ ਜਦੋਂ ਉਹ ਜਿਹੇ ਤੇ ਆਉਂਦਾ ਉਹ ਪ੍ਰੈਸ ਕਾਨਫਰੰਸ ਆ ਕੇ ਕਰਦਾ ਲੋਕਾਂ ਦੇ ਸਾਹਮਣੇ, ਤਾਂ ਇਹਦਾ ਮਤਲਬ ਇਹ ਬਹੁਤ ਗੰਭੀਰ ਮੁੱਦਾ ਹੈ ਪੂਰੀ ਸਿਆਸਤ ਲਈ, ਇਕੱਲੇ ਇੱਕ ਦਾ ਸਵਾਲ ਨਹੀਂ, ਇੱਕ ਪਾਰਟੀ ਦਾ ਨਹੀਂ। ਇਹਦੇ ਤੇ ਚੀਫ ਮਿਨਿਸਟਰ ਨੂੰ ਸਾਹਮਣੇ ਆਉਣਾ ਚਾਹੀਦਾ ਕਿ ਕੀ ਵਾਕਿਆ ਹੀ ਜਿਵੇਂ ਉਹਨਾਂ ਦੇ ਕਰਿੰਦੇ ਨੇ ਕਿਹਾ ਟੈਲੀਫੋਨ ਤੇ ਕਿ ਉਹਨਾਂ ਨੇ ਮੈਨੂੰ ਕਿਹਾ ਠੋਕ ਦਾਂਗੇ, ਇਹ ਗੱਲ ਚਾਹੀਦੀ ਹੈ, ਜਾਂ ਆਪ ਮੁਹਾਰੇ ਹੀ ਉਹ ਆਪਣਾ ਕੋਈ ਅਮਰਿੰਦਰ ਸਿੰਘ ਤੋਂ ਬਿਨਾਂ ਹੀ ਆਪਣੀ ਤਾਕਤ ਦਾ ਗਲਤ ਵਰਤੋਂ ਕਰ ਰਹੇ ਨੇ, ਆਪਣੇ ਢੰਗ ਨਾਲ ਹੀ ਮਾਮਲੇ ਨੂੰ ਆਪਣੀ ਲਿਆਕਤ ਨਾਲ ਜਿੱਡੀ ਕਾਕਲ ਹੁੰਦੀ ਹੈ ਉਹਦੇ ਨਾਲ ਹੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ 'ਚ ਜਵਾਬਦੇਹੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਤੁਹਾਡੀ ਪਾਰਟੀ ਦਾ ਲੋਕਾਂ 'ਚ ਜਿੱਤਿਆ ਹੋਇਆ ਨੁਮਾਇੰਦਾ ਇਹ ਐਲੀਗੇਸ਼ਨ ਲਾ ਰਿਹਾ ਕਿ ਮੈਨੂੰ ਥ੍ਰੈਟ ਮਿਲ ਰਿਹਾ ਹੈ, ਤੇ ਇਹਦੀ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ, ਸਪਸ਼ਟ ਸਾਫ਼ ਸ਼ਬਦ ਤੌਰ ਤੇ ਸਾਹਮਣੇ ਆਉਣੀ ਬੜੀ ਜ਼ਰੂਰੀ ਹੈ। ਔਰ ਜੇ ਅਮਰਿੰਦਰ ਸਿੰਘ ਉਹਨਾਂ ਨੇ ਨਹੀਂ ਕਿਹਾ ਤਾਂ ਲਾਜ਼ਮੀ ਹੈ ਕਿ ਇਹੋ ਜਿਹੇ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ। ਤੇ ਜੇਕਰ ਕਿਹਾ ਤਾਂ ਪੋਲੀਟੀਕਲੀ ਅਮਰਿੰਦਰ ਸਿੰਘ ਜਵਾਬਦੇਹ ਹੋਣਗੇ ਕਿ ਤੁਸੀਂ ਕਿਉਂ ਇਹ ਗੱਲ ਕੀਤੀ ਹੈ। ਇਹ ਸਵਾਲ ਵੱਡਾ ਸਵਾਲ ਹੈ ਵੱਡੇ ਪੱਖ ਤੋਂ, ਪੰਜਾਬ ਦੀ ਰਾਜਨੀਤੀ ਦੇ ਅਪਰਾਧੀਕਰਨ ਦੇ ਪੱਖ ਤੋਂ, ਪੰਜਾਬ ਦੀ ਸਾਰੇ ਸਿਆਸਤ ਦੇ ਵਿੱਚੋਂ। ਤੇ ਅਗਲੀ ਗੱਲ ਜਿਹੜੇ ਇਹਦੇ ਵਿੱਚ ਹੀ ਜੁੜਦੀ ਹੈ, ਦੂਜਾ ਹੋਰ ਹੈ, ਉਹ ਚੰਨੀ ਦਾ ਮਾਮਲਾ, ਚਰਨਜੀਤ ਚੰਨੀ ਦਾ। 2018 ਦੇ ਵਿੱਚ ਇੱਕ ਔਰਤ IAS ਅਫਸਰ ਨੇ ਇੱਕ ਇਲਜ਼ਾਮ ਲਾਇਆ ਸੀ ਕਿ ਮੈਨੂੰ ਟਵੀਟ ਕੀਤੇ ਨੇ ਫਲਾਣੇ ਮੰਤਰੀ ਨੇ, ਮਤਲਬ ਜਿਹੜੇ ਟਵੀਟ ਗਲਤ ਰੰਗਤ ਦੇ ਰਹੇ ਨੇ, ਕੋਈ ਸ਼ਾਇਰੋ ਸ਼ਾਇਰੀ ਹੋ ਰਹੀ ਹੈ, ਬਾਕੀ ਚੀਜ਼ਾਂ ਹੋ ਰਹੀਆਂ ਨੇ, ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ, ਜੇਕਰ ਇਸ ਲੈਵਲ ਦਾ ਮਾਮਲਾ ਸੀ, ਕਿਉਂਕਿ ਇਹ ਬਹੁਤ ਨਾਰਮਲ ਔਰਤ ਦੀ ਇੱਕ ਡਿਗਨਿਟੀ ਦਾ ਸਵਾਲ ਹੁੰਦਾ ਹੈ, ਸ਼ਾਨ ਦਾ ਸਵਾਲ ਹੁੰਦਾ ਹੈ, ਉਹਦੇ ਮਾਮਲੇ ਦੀ ਇੱਜ਼ਤ ਦਾ ਸਵਾਲ ਹੈ, ਇਕੱਲਾ ਇਹ ਟੈਂਪਰੇਰੀ ਸਵਾਲ ਨਹੀਂ ਹੈ। ਔਰ ਜੇਕਰ ਇਹਦੀ ਉਦਾਹਰਨ ਲੈਣੀ ਹੋਵੇ ਤਾਂ ਪਿਛੋਕੜ ਦੇ ਵਿੱਚ KPS ਗਿੱਲ ਬਹੁਤ ਵੱਡੇ ਤਾਕਤਵਰ ਅਫਸਰ ਸੀ, DGP ਉਦੋਂ ਪੰਜਾਬ ਦਾ, ਤੇ ਜਦੋਂ ਗੌਰਮੈਂਟ ਆਫ ਇੰਡੀਆ ਤੋਂ ਲੈ ਕੇ ਸੂਬੇ ਦੀ ਸਰਕਾਰ ਸਾਰੇ ਉਹਦੇ ਨਾਲ ਖੜੇ ਸੀ ਟੋਟਲੀ। ਉਦੋਂ ਦੂਜੀ IAS ਅਫਸਰ ਜਿਹੜੀ ਸੀਗੀ ਮੈਡਮ ਬਜਾਜ, ਰੂਪਨ ਦਿਓਲ ਬਜਾਜ, ਤੇ ਉਹਨੇ ਉਹਦੇ 'ਤੇ ਮੁਕੱਦਮਾ ਇਸ ਤਰੀਕੇ ਨਾਲ ਕਰਤਾ ਸੀ ਕਿ ਮੈਨੂੰ ਕਿਸੇ ਪਾਰਟੀ ਦੇ ਵਿੱਚ ਮਤਲਬ ਸ਼ਰਾਬ ਦੇ ਨਸ਼ੇ ਜਾਂ ਬਾਕੀ ਸੇ ਮੇਰੀ ਜਿਹੜੀ ਸ਼ਾਨ ਹੈ ਉਹਦੇ ਖਿਲਾਫ ਉਹਨੇ ਕਾਰਵਾਈ ਕੀਤੀ, ਮੈਨੂੰ ਥ੍ਰੈਟ ਕਰਨ ਦੀ, ਮੈਨੂੰ ਛੇੜਨ ਦੀ, ਮੇਰੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਹ ਮੁਕੱਦਮਾ ਉੱਥੋਂ ਤੱਕ ਗਿਆ KPS ਗਿੱਲ ਇੰਡਾਈਟਡ ਹੈ, ਸਜ਼ਾ ਜਾਫਤਾ ਬਣਿਆ, ਚਾਹੇ ਸਜ਼ਾ 1 ਦਿਨ ਦੀ ਜਾਂ ਉਹ ਨਹੀਂ ਹੋਈ, ਪਰ ਸਜ਼ਾ ਦਿਨਾਂ 'ਚ ਨਹੀਂ ਕੀਤੀ, ਪਰ ਉਸ ਜੱਜਮੈਂਟ ਦੇ ਵਿੱਚ ਸਜ਼ਾ ਜਾਫਤਾ ਬਣਿਆ, ਕਿਉਂਕਿ ਇਹਨੂੰ ਬਹੁਤ ਸੀਰੀਅਸ ਚੀਜ਼ ਮੰਨਿਆ ਜਾਂਦਾ ਹੈ ਜਦੋਂ ਪਬਲਿਕ ਜਨਤਕ ਖੇਤਰ ਦੇ ਵਿੱਚ ਤੁਸੀਂ ਹੁੰਦੇ ਹੋ। ਤੇ ਉਦੋਂ ਫਿਰ ਜੇਕਰ ਇਹ ਗਲਤ ਬਿਲਕੁਲ ਗੱਲ ਸਹੀ ਸੀ ਤਾਂ ਚੰਨੀ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ? ਉਦੋਂ ਇਹਨੂੰ ਪੰਚਾਇਤੀ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪ ਸਾਹਮਣੇ ਆ ਕੇ ਕਿਹਾ ਸੀ, ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇਹ ਗੱਲ ਕੀ ਹੋਈ ਹੈ, ਉਹਨਾਂ ਨੇ ਕਿਹਾ ਨਹੀਂ, ਚੰਨੀ ਆ ਕੇ ਮਾਫੀ ਮੰਗ ਗਿਆ, ਠੀਕ ਹੈ ਜੀ, ਹੁਣ ਇਹ ਮਾਮਲਾ ਰਫਾ ਦਫਾ ਹੈ। ਕੀ ਇਹੋ ਜਿਹੇ ਵੱਡੇ ਮਾਮਲੇ ਜਿਹੜੇ ਕਾਨੂੰਨ ਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਆਉਂਦੇ ਨੇ, ਬਿਨਾਂ ਕਾਨੂੰਨ ਤੋਂ ਗੈਰ ਕਾਨੂੰਨੀ ਪੰਚਾਇਤੀ ਸਮਝੌਤਿਆਂ ਨਾਲ ਹੱਲ ਹੋਣੇ ਚਾਹੀਦੇ ਨੇ, ਜਾਂ ਇਹ 'ਤੇ ਕਾਨੂੰਨੀ ਅਮਲ ਹੋਣਾ ਚਾਹੀਦਾ ਹੈ? ਤੇ ਜੇ ਉਦੋਂ ਤੁਸੀਂ ਪੰਚਾਇਤੀ ਸਮਝੌਤਾ ਕਰਾਤਾ ਸੀ, ਤੇ ਹੁਣ ਜਿਹੜੀ ਵੂਮਨ ਕਮਿਸ਼ਨ ਦੀ ਚੇਅਰਪਰਸਨ ਹੈ ਉਹ ਕਹਿ ਰਹੀ ਹੈ ਪ੍ਰੈਸ ਕਾਨਫਰੰਸ ਕਰਕੇ ਕਿ ਮੈਨੂੰ ਕਿਸੇ IAS ਅਫਸਰ ਦੀ ਚਿੱਠੀ ਆ ਰਹੀ ਹੈ ਕਿ ਤੂੰ 2018 ਦੇ ਉਸ ਕੇਸ ਦਾ 3 ਸਾਲਾਂ 'ਚ ਕੀ ਕੀਤਾ, ਕਿਉਂ ਐਕਸ਼ਨ ਨਹੀਂ ਲਿਆ, ਉਸੇ ਚੰਨੀ ਦਾ ਮਾਮਲਾ ਆ ਰਿਹਾ ਜੀ। ਤੇ ਉਹ ਕਹਿ ਰਹੀ ਹੈ ਕਿ ਮੈਂ 18 'ਚ ਗਵਰਨਮੈਂਟ ਨੂੰ ਲਿਖ ਕੇ ਭੇਜਿਆ ਸੀ, ਉਸ ਸਮੇਂ ਦਾ ਚੀਫ ਸੈਕਟਰੀ ਜਿਹੜਾ ਸੀ ਉਹਨੂੰ ਵੀ, ਤੇ ਅੱਜ ਵੀ ਸਰਕਾਰ ਨੇ ਕਿਉਂ ਜਵਾਬ ਨਹੀਂ ਦਿੱਤਾ? ਮਤਲਬ ਮਜ਼ਾਕ ਬਣਿਆ ਹੋਇਆ ਕਾਨੂੰਨ ਦਾ ਵੀ, ਮਜ਼ਾਕ ਬਣਿਆ ਹੋਇਆ ਪ੍ਰਸ਼ਾਸਨਿਕ ਤੰਤਰ ਦਾ ਵੀ, ਇਸ ਪੱਧਰ ਦੇ ਉੱਤੇ ਕਿ ਤੁਸੀਂ ਜਦ ਚਾਹਿਆ ਤੁਹਾਡੇ ਪੈਰਾਂ 'ਚ ਕੋਈ ਡਿੱਗ ਗਿਆ, ਚਾਪਲੂਸ ਆ, ਉਦੋਂ ਕਲੀਨ ਚਿਪਟ ਜੋ ਮਰਜ਼ੀ ਕਰਦੇ ਰਹੋ, ਕਿਸੇ ਦੂਜੇ ਬੰਦੇ ਨੂੰ ਕੋਈ ਇਨਸਾਫ ਨਹੀਂ ਮਿਲੂ ਜਿਹੜਾ ਬੰਦਾ ਪੀੜਤ ਵੀ ਹੈ। ਤੇ ਜਦੋਂ ਉਹ ਤੁਹਾਡੇ ਤੋਂ ਵੱਖਰਾ ਹੋਇਆ, ਉਦੋਂ ਤੁਸੀਂ ਬਦਲਾ ਲੈਣ ਦੇ ਚੱਕਰ ਦੇ ਵਿੱਚ ਉਹ ਦੁਬਾਰਾ ਕਿਸੇ ਦੀ ਇੱਜ਼ਤ ਵੀ ਦੁਬਾਰਾ ਉਛਾਲੋਗੇ ਤੇ ਬਾਕੀ ਸਾਰੀਆਂ ਚੀਜ਼ਾਂ ਵੀ ਦੁਬਾਰਾ ਕਰੋਗੇ ਇੰਨੇ ਲੰਮੇ ਸਮੇਂ ਦੇ ਬਾਅਦ ਵੀ। ਇਹ ਜਿਹੜਾ ਇੱਕ ਤਰੀਕਾਕਾਰ ਹੈ ਸ਼ਾਸਨ ਨੂੰ ਤੇ ਪ੍ਰਸ਼ਾਸਨ ਨੂੰ ਚਲਾਉਣ ਦਾ, ਡੈਮੋਕ੍ਰੈਟਿਕ ਪ੍ਰਬੰਧ 'ਚ ਖਾਸ ਤੌਰ ਦੇ ਉੱਤੇ, ਇਹ ਬਹੁਤ ਹੀ ਹਾਨੀਕਾਰਕ ਹੈ। ਇਹਨਾਂ ਗੱਲਾਂ ਨੂੰ ਸੁਣਦੇ ਸੀ ਕਿ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ, ਯੂਪੀ ਦੇ ਵਿੱਚ ਕਤਲ ਵੀ ਹੁੰਦੇ ਨੇ ਬੰਦਿਆਂ ਦੇ, ਪੋਲੀਟੀਕਲ ਲੀਡਰ ਇੱਕ ਦੂਜੇ ਦੇ, ਗੁਜਰਾਤ ਦੇ ਵਿੱਚ ਆਲੇ ਦੁਆਲੇ ਵੱਖ-ਵੱਖ ਥਾਵਾਂ 'ਤੇ। ਪੰਜਾਬ ਦੀ ਰਾਜਨੀਤੀ ਕਰਪਟ ਮੰਨੀ ਜਾਂਦੀ ਹੈ, ਬੜੇ ਲੰਮੇ ਸਮੇਂ ਤੋਂ ਕਰਪਸ਼ਨ ਚੱਲਦੀ ਹੈ, ਪਰ ਪੰਜਾਬ ਦੀ ਰਾਜਨੀਤੀ ਕ੍ਰਿਮੀਨਲ ਵੀ ਹੋ ਜਾਏਗੀ, ਅਪਰਾਧਕ ਵੀ ਹੋ ਜਾਏਗੀ, ਇਹ ਦੌਰ ਲਗਾਤਾਰ ਜਾਰੀ ਹੈ ਕ੍ਰਿਮੀਨਲ ਬਣਨ ਨੂੰ, ਇਹ ਮਤਲਬ ਉਸ ਪਾਸੇ ਨੂੰ। ਇਹ ਜਿਹੜੀ ਰਲਾਵਟ ਹੈ ਇਹ ਭਵਿੱਖ ਦੇ ਵਾਸਤੇ ਪੰਜਾਬ ਦੇ ਵੀ, ਦੇਸ਼ ਦੇ ਵੀ, ਤੇ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਓਵਰਆਲ ਉਮੀਦਾਂ ਨੇ ਲੋਕਾਂ ਦੀਆਂ, ਇਹ ਉਹਦੇ ਖਿਲਾਫ ਹੈ ਸਾਰਿਆਂ ਦੇ। ਜੀ
ਹਮੀਰ ਸਿੰਘ ਜੀ, ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਵਖਰੇਵੇਂ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ। ਜੇਕਰ ਗੱਲ ਕਰੀਏ ਤਾਂ ਭਾਜਪਾ ਦੇ ਇੱਕ ਸੀਨੀਅਰ ਆਗੂ, ਮੁੱਖ ਮੰਤਰੀ ਪੱਧਰ ਦੇ ਆਗੂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਵੀ ਕਿ ਇਹ ਇੱਕ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਹੀ ਪੰਜਾਬ ਦੇ ਆਗੂਆਂ ਵੱਲੋਂ ਇਹਦੀ ਜਿਹੜੀ ਹੈਗੀ ਸ਼ਲਾਘਾ ਕੀਤੀ ਜਾਂਦੀ ਹੈ। ਇਸ ਨੂੰ ਕਿਵੇਂ ਦੇਖੋਗੇ ਤੁਸੀਂ? ਇਹ ਬਿਲਕੁਲ ਮੈਨੂੰ ਤਾਂ ਲੱਗਦਾ ਕਿ ਜਿਹੜਾ ਸੋਮ ਪ੍ਰਕਾਸ਼ ਉਹਨਾਂ ਦਾ ਬਿਆਨ ਹੈ ਜੀ, ਉਹ ਬਿਆਨ ਪੋਜ਼ਿਟਿਵ ਬਿਆਨ ਹੈ, ਕਿਉਂਕਿ ਉਹ ਬਿਆਨ ਇਸ ਕਰਕੇ ਬਿਆਨ ਹੈ ਕਿ ਉਹਨੂੰ ਗਰਾਊਂਡ ਦੀ ਸਮਝ ਹੈ, ਪੰਜਾਬ ਦੇ ਸੱਭਿਆਚਾਰ ਦੀ, ਪੰਜਾਬ ਦੇ ਇਤਿਹਾਸ ਦੀ, ਪੰਜਾਬ ਦੇ ਵਿਰਸੇ ਦੀ ਇੱਕ ਸਮਝਦਾਰੀ ਦਾ ਬਿਆਨ ਹੈ ਉਹ। ਕਿਉਂਕਿ ਉਹਨੇ ਉਹ ਗੱਲਾਂ ਕੋਟ ਕੀਤੀਆਂ ਨੇ ਕਿ ਕਿਵੇਂ ਛੋਟੇ ਸਾਹਿਬਜ਼ਾਦਿਆਂ ਦੇ ਪੱਖ 'ਚ ਹਾਦਾ ਨਾਅਰਾ ਮਾਰਿਆ ਨਵਾਬ ਸ਼ੇਰ ਖਾਨ ਨੇ, ਅਤੇ ਕਿਵੇਂ ਉਹ ਹਾਦਾ ਨਾਅਰੇ ਦੇ ਤੌਰ ਦੇ ਉੱਤੇ ਹੀ ਪੰਜਾਬ ਦੇ ਵਿੱਚ ਦੇਖਿਆ ਜਾ ਰਿਹਾ ਹੈ। ਈਵਨ ਜਦੋਂ 47 ਦੇ ਵਿੱਚ ਕਤਲੇਆਮ ਵੀ ਹੋਇਆ, ਵੰਡ ਹੋ ਗਈ ਦੇਸ਼ ਦੀ, ਉਦੋਂ ਵੀ ਮਲੇਰਕੋਟਲਾ ਸੁਰੱਖਿਅਤ ਰਿਹਾ ਕਿਉਂਕਿ ਗੁਰੂ ਦੇ ਬਚਨਾਂ ਦੇ ਕਰਕੇ ਕਿ ਨਹੀਂ ਜੀ ਇਹ ਸਾਡਾ ਹੈ। ਔਰ ਜਿਹੜੇ ਬੰਦੇ ਇਹ ਕਹਿੰਦੇ ਨੇ ਚਲੋ ਜੋਗੀ ਆਦਿੱਤਿਆਨਾਥ ਬਾਹਰ ਦਾ ਬੰਦਾ ਹੈ ਅਤੇ ਉਹਦਾ ਸੱਭਿਆਚਾਰ ਨਾਲ ਕੋਈ ਬਾਕੀ ਦੇ ਨਾਲ ਨਾ ਪੜ੍ਹਨ ਲਿਖਣ ਨਾਲ ਜਾਂ ਉਸ ਸਿਆਸਤ ਨਾਲ ਸ਼ਾਇਦ ਕੋਈ ਲਾਗਾ ਦੇਗਾ ਵੀ ਨਹੀਂ, ਉਹ ਅੰਧ ਭਗਤੀ ਦੀ ਕੱਟੜ ਹਿੰਦੂਤਵੀ ਸਿਆਸਤ ਦਾ ਗਰਸਿਆ ਹੋਇਆ ਆਦਮੀ ਜਿਹੜਾ ਹੁੰਦਾ ਉਹ ਸਮਝ ਵੀ ਨਹੀਂ ਸਕਦਾ ਓਵਰਆਲ ਕਲਚਰ ਨੂੰ ਅਤੇ ਓਵਰਆਲ ਵੱਡੀ ਵਿਰਾਸਤ ਨੂੰ, ਅਤੇ ਨਾ ਕੋਈ ਪੜ੍ਹਾਈ ਲਿਖਾਈ ਉਸ ਲੈਵਲ ਦੀ ਹੁੰਦੀ ਹੈ ਕਿ ਉਹਨੂੰ ਤੁਸੀਂ ਉਦੋਂ ਬਾਅਦ ਦੇਖਦੇ ਹੋ। ਅਤੇ ਉਹਦੇ ਖਿਲਾਫ ਤਾਂ ਇਹ ਸੀਗਾ ਹੀ, ਇਸ ਲਈ ਉਹਨੂੰ ਇਹ ਕਿਹਾ ਜਾਂਦਾ ਸੀ ਬਾਰ-ਬਾਰ, ਜਿਹੜਾ ਸੋਸ਼ਲ ਮੀਡੀਆ 'ਤੇ ਚੱਲਿਆ, ਬਾਕੀ ਜਗ੍ਹਾ ਚੱਲਿਆ, ਕਿ ਉਹਨੂੰ ਸਿਖਾਓ ਜੀ, ਬੀਜੇਪੀ ਜਾਂ ਬਾਕੀ ਲੋਕ ਉਹਨੂੰ ਪੰਜਾਬ ਦਾ ਕਲਚਰ ਜਾਂ ਬਾਕੀ ਚੀਜ਼ਾਂ ਸਿਖਾਉਣਾ ਚਾਹੀਦਾ। ਪਰ ਪੰਜਾਬ ਦਾ ਹੀ ਬੰਦਾ ਜਿਹੜਾ ਪੰਜਾਬ 'ਚ ਜੰਮਿਆ ਪਲਿਆ, ਉਹ ਵੀ ਅੰਮ੍ਰਿਤਸਰ 'ਚ ਜੰਮਿਆ ਪਲਿਆ, ਸ਼ਵੇਤ ਮਲਿਕ, ਉਹ ਵੀ ਉਹੀ ਬੋਲੀ ਬੋਲੇ, ਇਹ ਕਾਫੀ ਖਤਰਨਾਕ, ਇਹ ਸੋਚੀ ਸਮਝੀ ਗੱਲ ਹੈ। ਉਹਦੇ ਤੋਂ ਇਹ ਮੰਨਿਆ ਜਾ ਰਿਹਾ ਕਿ ਇਹ ਨਹੀਂ ਕਿ ਸ਼ਵੇਤ ਮਲਿਕ ਨੂੰ ਪਤਾ ਨਾ ਹੋਵੇ ਜੀ, ਅਤੇ ਇਹਦਾ ਕਲਚਰ ਜਲ੍ਹਿਆਂਵਾਲੇ ਬਾਗ ਤੋਂ ਵੀ, ਜਿਹਦਾ ਉਹ ਕਮੇਟੀ ਦੇ ਵਿੱਚ ਹੈ ਔਰ ਕਮੇਟੀ ਜਲ੍ਹਿਆਂਵਾਲੇ ਬਾਗ 'ਤੇ ਰੋਜ਼ ਗੱਲ ਕਰਦਾ ਹੈ, ਅਤੇ ਉਹ ਕਮੇਟੀ ਜਿੱਥੇ ਕੰਪੋਜਿਟ ਕਲਚਰ ਹੈ, ਜਲ੍ਹਿਆਂਵਾਲੇ ਬਾਗ ਦੇ ਵਿੱਚ ਕਾਮਨ ਸ਼ਹੀਦੀ ਹੈ, ਕਾਮਨ ਤਰੀਕਾ ਹੈ, ਸਾਰਾ ਕੁਝ ਹੀ ਹੋਇਆ, ਜਿੱਥੇ ਡਾਕਟਰ ਸੈਫੂਦੀਨ ਕਿਚਲੂ ਵਰਗੇ ਜਿਹੜੇ ਬੰਦੇ ਉਦੋਂ ਅਗਵਾਈ ਕਰਦੇ ਸੀ ਅਤੇ ਉਹਨਾਂ ਦੀ ਅਰੈਸਟ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਸੀ, ਸਾਰੀਆਂ ਚੀਜ਼ਾਂ ਨੇ। ਉਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਵੀ ਜਦੋਂ ਬੰਦ ਕਰਤਾ, ਤਾਂ ਨਰੋਲ ਪੋਲੀਟੀਕਲ ਅਤੇ ਜਿਹੜੀ ਤੰਗ ਨਜ਼ਰ ਅਤੇ ਉਸ ਲੈਵਲ ਦੀ ਸਿਆਸਤ ਹੈ ਜਿਹੜੀ ਫੁੱਟ ਪਾਉਣ ਵਾਲੀ ਹੈ, ਇਹ ਉਹਦੇ 'ਚੋਂ ਆਇਆ ਹੋਇਆ ਬਿਆਨ ਹੈ। ਅਤੇ ਬਿਨਾਂ ਸ਼ੱਕ ਸੋਮ ਪ੍ਰਕਾਸ਼ ਜੀ ਨੂੰ ਆਪਣੀ ਉੱਪਰਲੀ ਲੀਡਰਸ਼ਿਪ ਨਾਲ ਵੀ ਗੱਲ ਕਰਨੀ ਚਾਹੀਦੀ ਹੈ, ਬਾਕੀ ਦੇ ਨਾਲ ਵੀ, ਕਿ ਘੱਟੋ ਘੱਟ ਕੋਸ਼ਿਸ਼ ਫੁੱਟ ਪਾਉਣ ਦੀ ਬਜਾਏ ਪੰਜਾਬ ਦੇ ਸੱਭਿਆਚਾਰ ਦੀ ਉਸ ਲੈਵਲ ਦੀ ਗੱਲ ਹੈ। ਹਾਂ, ਇਹ ਇੱਕ ਅਲੱਗ ਸਵਾਲ ਹੈ ਕਿ ਕਿੰਨੇ ਜ਼ਿਲ੍ਹੇ ਬਣਨੇ ਨੇ, ਕਿੰਨੇ ਨਹੀਂ, ਪ੍ਰਸ਼ਾਸਨਿਕ ਤੌਰ 'ਤੇ ਉਹ ਠੀਕ ਹੈ ਜਾਂ ਨਹੀਂ, ਇਹਦੇ 'ਤੇ ਸਵਾਲ ਜਵਾਬ ਹੋਣੇ ਚਾਹੀਦੇ ਨੇ। ਇਕੱਲਾ ਮਲੇਰਕੋਟਲੇ ਦਾ ਸਵਾਲ ਨਹੀਂ, ਜੇ ਤੁਸੀਂ 12 ਤੋਂ 22 ਜ਼ਿਲ੍ਹੇ ਬਣਾਤੇ, ਫਿਰ 23 ਜ਼ਿਲ੍ਹੇ ਬਣਾਤੇ, ਇਹ ਜ਼ਿਲ੍ਹੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਤੌਰ 'ਤੇ ਕੇਵਲ ਵੋਟ ਬੈਂਕ ਦੇ ਵਜੇ ਜੇ ਤੁਸੀਂ ਬਣਾ ਰਹੇ ਹੋ, ਉਹਨਾਂ 'ਤੇ ਸਵਾਲ ਹੋਣਾ ਚਾਹੀਦਾ ਔਰ ਗੌਰਮੈਂਟ ਨੂੰ ਜਵਾਬਦੇਹ ਬਣਨਾ ਚਾਹੀਦਾ। ਪਰ ਧਾਰਮਿਕ ਆਧਾਰ 'ਤੇ ਜਾਂ ਕਿਸੇ ਫਰਕੇ ਦੇ ਆਧਾਰ 'ਤੇ ਉਹਨੂੰ ਉਹ ਰੰਗਤ ਦੇਣਾ, ਉਹ ਰੰਗਤ ਆਪਦੇ ਆਪ ਦੇ ਵਿੱਚ ਹੀ ਜ਼ਹਿਰੀਲੀ ਰਾਜਨੀਤੀ 'ਚੋਂ ਆਉਂਦੀ ਹੈ, ਜ਼ਹਿਰੀਲੇ ਮਾਈਂਡਸੈਟ 'ਚੋਂ ਆਉਂਦੀ ਹੈ, ਅਤੇ ਜਿਹਦੇ ਤੋਂ ਬਚਣ ਦੀ ਲੋੜ ਹੈ। ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਤੋਂ, ਉਹਨਾਂ ਨੂੰ ਵੀ, ਸ਼ਵੇਤ ਮਲਿਕ ਉਹਨਾਂ ਨੂੰ ਵੀ, ਜਾਂ ਇਹੋ ਜਿਹੇ ਹੋਰ ਵੀ ਜਿਹੜੇ ਬੰਦੇ ਨੇ, ਉਹਨਾਂ ਸਾਰਿਆਂ ਨੂੰ ਪੰਜਾਬ ਦੇ ਵਿਰਸੇ ਨਾਲ ਜੁੜ ਕੇ, ਪੰਜਾਬ ਦੇ ਲੋਕਾਂ ਦੇ ਨਾਲ ਜੁੜ ਕੇ ਲੋਕਾਂ ਤੋਂ ਮਾਫੀ ਵੀ ਮੰਗਣੀ ਚਾਹੀਦੀ ਕਿ ਇਹ ਤਰੀਕਾ ਨਹੀਂ ਹੋਊਗਾ, ਆਪਾਂ ਨੂੰ ਮਿਲ ਕੇ ਚੱਲਣਾ ਚਾਹੀਦਾ। ਜਦੋਂ ਪਹਿਲਾਂ RSS ਨੇ ਵੀ ਅਤੇ BJP ਨੇ ਕੁਝ ਗੱਲਾਂ ਤਬਦੀਲ ਵੀ ਕੀਤੀਆਂ ਸੀ ਪੰਜਾਬ ਦੇ ਵਿੱਚ, ਜਦੋਂ 1961 ਦੀ ਮਰਦਮਸ਼ੁਮਾਰੀ ਹੋਈ ਹੈ, ਜਦੋਂ ਇਹ ਕਿਹਾ ਜਾਂਦਾ ਸੀ ਕਿ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਲਿਖਾਉਣਗੇ, ਪੰਜਾਬੀ ਸੂਬੇ ਦੀ ਮਾਈਂਡਸੈਟ ਦਾ ਸਵਾਲ ਸੀ, ਉਦੋਂ ਜਨਸੰਘੀਆਂ ਨੇ ਅਤੇ RSS ਸਾਡੇ ਦੱਬ ਕੇ ਪ੍ਰਚਾਰ ਕੀਤਾ ਸੀ ਕਿ ਜਿਹੜੇ ਬੋਲਦੇ ਚਾਹੇ ਉਹ ਪੰਜਾਬੀ ਸੀ, ਹਿੰਦੂ, ਉਹਨਾਂ ਨੂੰ ਕਿਹਾ ਤੁਸੀਂ ਪੰਜਾਬੀ ਨਾ ਲਿਖਾਓ, ਤੁਸੀਂ ਹਿੰਦੀ ਲਿਖਾਓ ਮਾਤ ਭਾਸ਼ਾ, ਅਤੇ ਉਹਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ। ਉਦੋਂ ਬਾਅਦ ਸਮਝ ਆਈ ਅਤੇ ਇੱਕ ਹੱਦ ਤੱਕ ਜਿਹੜੀ BJP ਨੇ ਇਹ ਅਪਰੋਚ ਲੈਣੀ ਸ਼ੁਰੂ ਕੀਤੀ, ਪੰਜਾਬ ਦੇ ਪਾਣੀਆਂ 'ਤੇ ਵੀ ਪੰਜਾਬ ਦੀ ਪਾਰਟੀ ਨੇ ਥੋੜ੍ਹਾ ਜਿਹਾ ਅਲੱਗ ਸੋਚਣਾ ਸ਼ੁਰੂ ਕੀਤਾ, ਬੋਲੀ ਦੇ ਤੌਰ 'ਤੇ ਵੀ ਅਲੱਗ ਸੋਚਣਾ ਸ਼ੁਰੂ ਕੀਤਾ। ਅਤੇ ਜਿਹੜਾ ਹੁਣ ਪੈਂਤੜਾ ਉਹ ਲੈ ਰਿਹਾ, ਇਹਦਾ ਮਤਲਬ ਉਹ ਜਿਹੜਾ ਪੈਂਤੜਾ ਪੁਰਾਣਾ ਲਿਆ ਸੀ BJP ਨੇ, ਉਹ ਟੈਂਪਰੇਰੀ ਸੀ, ਹਾਲਾਤ ਦੇ ਮੱਦੇਨਜ਼ਰ ਤੁਹਾਡੀ ਸੋਚ 'ਚ ਤਬਦੀਲੀ ਨਹੀਂ ਹੋਈ। ਇਹਦੇ 'ਚੋਂ ਇਹ ਮੰਨਿਆ ਜਾਏਗਾ ਜੇ ਸੋਚ 'ਚ ਤਬਦੀਲੀ ਦੀ ਗੱਲ ਹੈ ਤਾਂ ਇਹੋ ਜਿਹੇ ਬੰਦਿਆਂ ਦਾ ਜਵਾਬਦੇਹੀ ਹੋਣੀ ਚਾਹੀਦੀ ਹੈ, ਜਿਹੜੇ ਬੰਦੇ ਫਿਰ ਪੰਜਾਬ ਦੇ ਵਿੱਚ, ਪੰਜਾਬ ਦੇ ਹਾਲਾਤ ਦੇ ਵਿੱਚ, ਮਾਹੌਲ ਦੇ ਵਿੱਚ ਵਿਉ ਖੋਲ੍ਹਣਾ ਚਾਹੁੰਦੇ ਨੇ ਜੀ। ਹਮੀਰ ਸਿੰਘ ਜੀ, ਗੱਲ ਕਰੀਏ ਪੱਛਮੀ ਬੰਗਾਲ ਦੀ, ਪੱਛਮ ਬੰਗਾਲ ਦੇ ਚੋਣ ਨਤੀਜੇ ਆਏ ਨੂੰ ਜਿਹੜਾ ਹੈਗਾ ਅੱਜ 15 ਦਿਨ ਬੀਤ ਚੁੱਕੇ ਨੇ, ਅਤੇ ਉੱਥੇ ਵੀ ਜਿਹੜੀ ਹਾਲਾਤ ਹੈਗੇ ਉਹ ਟਕਰਾਅ ਵਾਲੇ ਬਣੇ ਹੋਏ ਨੇ, ਅਤੇ ਅੱਜ ਉੱਥੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਤਾਂ ਆਪਣੀ ਗ੍ਰਿਫਤਾਰੀ ਤੱਕ ਦੇਣ ਦੀ ਜਿਹੜੀ ਅੱਗੇ ਪੇਸ਼ਕਸ਼ ਕੀਤੀ ਹੈ, ਅਤੇ ਉਹਨਾਂ ਨੇ ਕਿਹਾ CBI ਦਫ਼ਤਰ ਦੇ ਬਾਹਰ ਜਿਹੜੇ ਹੈ ਪ੍ਰੋਟੈਸਟ ਵੀ ਕੀਤੇ ਹੈ। ਇਸ ਨੂੰ ਕਿਵੇਂ ਦੇਖੋਗੇ? ਪੱਛਮੀ ਬੰਗਾਲ ਦੇ ਵਿੱਚ ਅਸਲ ਦੇ ਵਿੱਚ ਇਹ ਮਾਹੌਲ ਬਣ ਚੁੱਕਿਆ ਹੈ ਚੋਣਾਂ ਤੋਂ ਪਹਿਲਾਂ ਵੀ,
ਮਾਹੌਲ ਦੁਸ਼ਮਣਾਂ ਵਾਲਾ ਤਰੀਕਾ ਬਣਾਤਾ। ਰਾਜਨੀਤੀ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਰਾਜਨੀਤੀ ਹੁੰਦੀ ਹੈ ਜਾਂ ਸਮਾਜ ਦੇ ਵਿੱਚ ਦੁਸ਼ਮਣ ਨਹੀਂ ਹੁੰਦੇ, ਬੰਦੇ ਵੱਖਰੇ ਹੁੰਦੇ ਨੇ। ਤੁਹਾਡੀਆਂ ਵਿਚਾਰਧਾਰਾਵਾਂ ਵੀ ਵੱਖਰੀਆਂ ਹੋ ਸਕਦੀਆਂ ਨੇ, ਦੁਸ਼ਮਣੀ ਨਹੀਂ ਹੋ ਸਕਦੀ। ਤੁਹਾਡੀ ਸੋਚ, ਤੁਹਾਡਾ ਕਲਚਰ, ਤੁਹਾਡਾ ਜਿਵੇਂ ਵੰਨ ਸੁਵੰਨਤਾ ਕੁਦਰਤ ਦੇ ਤੌਰ ਤੇ, ਪਰ ਜਿਹੜੀ ਅਪਰੋਚ ਬੀਜੇਪੀ ਲੈ ਰਹੀ ਹੈ ਉਹ ਕਿਤੇ ਨਾ ਕਿਤੇ ਦੁਸ਼ਮਣਾਨਾ ਤਰੀਕਾ ਹੈ ਉਹਦੇ ਚੋਂ, ਕਿ ਸਾਹਮਣੇ ਵਾਲਾ ਦੁਸ਼ਮਣ ਹੈ। ਜਿਵੇਂ ਉਹ ਕਹਿੰਦਾ ਵੀ ਵੱਖਰੇ ਵਿਚਾਰ ਵਾਲਾ ਇਹ ਕਮਿਊਨਿਸਟ ਹੈ, ਇਹ ਦੁਸ਼ਮਣ ਹੈ, ਇਹ ਮੁਸਲਮਾਨ ਹੈ, ਇਹ ਬਾਹਰੋਂ ਹੈ, ਇਹ ਦੁਸ਼ਮਣ ਹੈ, ਇਹ ਫਲਾਨਾ ਹੈ। ਇਹ ਜਿਹੜੀ ਦੁਸ਼ਮਣਾਨਾ ਤਰੀਕੇ ਦਾ ਜਿਹੜੀ ਰਾਜਨੀਤੀ ਹੈ, ਇਹ ਬੜਾ ਖਤਰਨਾਕ ਮਾਹੌਲ ਇਹਦੇ ਨਾਲ ਪੈਦਾ ਹੁੰਦਾ ਹੈ। ਔਰ ਹੁਣ ਜਦੋਂ ਚੋਣਾਂ ਲੜੀਆਂ ਗਈਆਂ, ਚੋਣਾਂ ਇੱਕ ਪਾਰਟੀ TMC ਵੱਡੇ ਬਹੁਮਤ ਨਾਲ ਜਿੱਤ ਗਈ, ਤਾਂ ਇਸ ਮਾਹੌਲ ਦੇ ਵਿੱਚ ਜਿਹੜੀਆਂ ਚੋਣਾਂ ਲੜ ਕੇ, ਜਿਵੇਂ ਇਹ ਹੁੰਦਾ ਕਿ ਜਦੋਂ ਚੋਣਾਂ ਲੜ ਪੈਂਦੀਆਂ ਨੇ ਬਹੁਤ ਇੱਕ ਦੂਜੇ ਦੇ ਖਿਲਾਫ ਕਹਾਈ ਹੁੰਦੀ ਹੈ। ਹੁਣ ਮੰਨ ਲੈਣਾ ਚਾਹੀਦਾ ਕਿਤੇ ਨਾ ਕਿਤੇ ਬੀਜੇਪੀ ਦੀ ਲੀਡਰਸ਼ਿਪ, ਖਾਸ ਤੌਰ ਤੇ ਪ੍ਰਧਾਨ ਮੰਤਰੀ, ਹੋਮ ਮਿਨਿਸਟਰ, ਜਿਹੜੇ ਜਿਨ੍ਹਾਂ ਦਾ ਜੀ ਜਾਨ ਲੱਗ ਗਿਆ ਉੱਥੇ, ਉਹ ਹਜਮ ਨਹੀਂ ਕਰ ਪਾ ਰਹੀ ਕਿ ਅਸੀਂ ਉੱਥੇ ਕਿਉਂ ਨਹੀਂ ਜਿੱਤੇ, ਸਾਡੀ ਸਰਕਾਰ ਕਿਉਂ ਨਹੀਂ ਬਣੀ। ਹੁਣ ਉਹ ਪ੍ਰੋਕਸੀ ਨਾਲ ਸਰਕਾਰ ਚਲਾਉਣ ਦੀ ਇੱਕ ਵਿਉਂਤਬੰਦੀ ਹੋ ਰਹੀ ਹੈ। ਕਦੇ ਗਵਰਨਰ ਦੇ ਰਾਹੀਂ, ਜਿਵੇਂ ਗਵਰਨਰ ਰੂਲ ਹੁੰਦਾ, ਕਦੇ ਗਵਰਨਰ ਜਾਂਦਾ ਉਹਨਾਂ ਜਗ੍ਹਾ ਦੇ ਉੱਤੇ ਜਾ ਕੇ ਜਿੱਥੇ ਮਤਲਬ ਕਹਿੰਦੇ ਸਿਆਸੀ ਹਿੰਸਾ ਹੋਈ ਹੈ, ਤੇ ਗਵਰਨਰ ਚੀਫ ਮਿਨਿਸਟਰ ਦੇ ਰਾਹੀਂ ਜੋ ਮਰਜ਼ੀ ਕਹੇ, ਜਾਂ ਉਹਨਾਂ ਨੂੰ ਬੁਲਾਵੇ, ਉਹਨਾਂ ਨੂੰ ਹਦਾਇਤ ਕਰੇ, ਜਾਂ ਇੱਕ ਲੈਵਲ ਦਾ ਜਿਹੜਾ ਇੱਕ ਸੰਵਿਧਾਨਕ ਦਾਇਰੇ ਦੀ ਗੱਲ ਹੈ। ਤੇ ਕਦੇ ਹੁਣ ਜਿਹੜਾ ਇੱਕ ਬੜਾ ਪੁਰਾਣਾ ਕੇਸ ਹੈ ਉਦੋਂ ਦਾ ਹੀ, ਤੇ 2011 ਦਾ ਹੀ, ਉਸੇ ਕੇਸ ਦੇ ਵਿੱਚ CBI ਦੇ ਅਫਸਰ ਆਉਂਦੇ ਨੇ, 2 ਮੰਤਰੀਆਂ ਨੂੰ ਗ੍ਰਿਫਤਾਰੀ ਲਈ ਬੁਲਾਉਂਦੇ ਨੇ, ਤੇ ਉਹਦੇ 'ਚ ਜਿਹੜਾ ਮਮਤਾ ਬੈਨਰਜੀ ਦਾ ਸਟੈਂਡ ਹੈ ਜਾਂ TMC ਦਾ ਸਟੈਂਡ ਹੈ, ਉਹ ਸਟੈਂਡ ਹੈ ਕਿ ਪ੍ਰੋਟੋਕੋਲ ਫੋਲੋ ਕਰਨਾ ਚਾਹੀਦਾ। ਵਿਧਾਨ ਸਭਾ ਦੇ ਜੇ MLA ਨੂੰ ਅਰੈਸਟ ਕਰਨਾ ਹੋਵੇ ਤਾਂ ਵਿਧਾਨ ਸਭਾ ਦੇ ਸਪੀਕਰ ਨੂੰ ਇਨਫੋਰਮ ਕਰਨਾ, ਸੂਚਿਤ ਕਰਨਾ ਜ਼ਰੂਰੀ ਹੁੰਦਾ ਕਿਤੇ ਵੀ। ਉਹਨਾਂ ਨੂੰ ਇਹ ਹੈ ਵੀ ਸਪੀਕਰ ਤਾਂ ਇਹਨਾਂ ਦਾ ਸ਼ਾਇਦ ਉਹ ਨਾ ਮਨਜ਼ੂਰੀ ਦੇ ਵਿੱਚ ਸਿੱਧਾ ਗਵਰਨਰ ਕੋਲ ਗਏ ਤੇ ਗਵਰਨਰ ਤੋਂ ਮਨਜ਼ੂਰੀ ਲਈ, ਜਦ ਕਿ ਪ੍ਰੋਟੋਕੋਲ ਸਾਡੇ ਸਿਸਟਮ 'ਚ ਇਹ ਹੈ ਹਮੇਸ਼ਾ ਹੀ ਕਿ ਜੇ ਗਵਰਨਰ ਦੇ ਤੋਂ ਵੀ ਜਿਹੜੀਆਂ ਚੀਜ਼ਾਂ ਦੀ ਪਰਮਿਸ਼ਨ ਮਿਲਦੀ ਹੈ, ਉਹ ਵੀ ਚੁਣੀ ਹੋਈ ਸਰਕਾਰ ਦੇ ਥਰੂ ਚੀਫ ਮਿਨਿਸਟਰ ਜਾਂਦੀ ਹੈ। ਚੀਫ ਮਿਨਿਸਟਰ ਵੱਲੋਂ ਜਾ ਕੇ ਫਿਰ ਉੱਥੋਂ ਮਨਜ਼ੂਰੀ ਮਿਲ ਕੇ ਫਿਰ ਗਵਰਨਰ ਕੋਲ ਜਾਂਦੀ ਹੈ, ਫਿਰ ਗਵਰਨਰ ਦੇ ਰਾਹੀਂ ਕੋਈ ਚੀਜ਼ ਆਉਂਦੀ ਹੈ। ਇਹ ਟੈਕਨੀਕਲ ਜਿਹੜਾ ਇੱਕ ਮੁੱਦਾ ਹੈ, ਜਿੱਥੋਂ ਕੇਂਦਰ ਸਰਕਾਰ ਡਾਇਰੈਕਟਲੀ ਵਰਤੋਂ ਕਰਨਾ ਚਾਹੁੰਦੀ ਹੈ ਕੇਂਦਰੀ ਏਜੰਸੀਆਂ ਦੀ, ਤੇ ਉਹਦੇ ਰਾਹੀਂ ਫਿਰ ਆਪਣੀ ਸਿਕਿਉਰਿਟੀ ਫੋਰਸਿਸ ਵੀ ਆਪ ਭੇਜ ਦਿੰਦੀ ਹੈ, ਸੈਂਟਰਲ ਸਿਕਿਉਰਿਟੀ ਫੋਰਸਿਸ ਨਾਲ, ਜੇ ਸੂਬੇ ਦੀ ਸਰਕਾਰ ਉਹਦੇ 'ਚ ਨਹੀਂ ਆਉਂਦੀ। ਤਾਂ ਇੱਕ ਤਰੀਕਾ ਹੈ ਸੈਂਟਰਲਾਈਜੇਸ਼ਨ ਆਫ ਪਾਵਰ ਦਾ, ਤਾਕਤਾਂ ਦੇ ਕੇਂਦਰੀਕਰਨ ਦਾ, ਜਿਹਨੂੰ ਲਗਾਤਾਰ ਹੁਣ ਪ੍ਰੈਕਟਿਸ ਦੇ ਵਿੱਚ ਇੱਕ ਚੁਣੀ ਹੋਈ ਸਰਕਾਰ ਦੇ ਖਿਲਾਫ ਵਰਤਿਆ ਜਾ ਰਿਹਾ ਹੈ। ਇਹ ਰੁਝਾਨ ਬੜਾ ਖਤਰਨਾਕ ਰੁਝਾਨ ਹੈ। ਇਸ ਪਾਸੇ ਵੱਲ ਸੋਚਣ ਦਾ ਸਵਾਲ ਹੈ, ਪੂਰੇ ਕੰਟਰੀ ਨੂੰ, ਪੂਰੇ ਲੋਕਾਂ ਨੂੰ ਆਵਾਜ਼ ਉਠਾਉਣ ਦਾ ਸਵਾਲ ਹੈ। ਇਹ ਠੀਕ ਹੈ ਕਿ ਜੇ ਮਮਤਾ ਬੈਨਰਜੀ ਦੇ ਮਾਮਲੇ ਦੇ ਵਿੱਚ ਜੇ ਉਹਦੀ ਸਰਕਾਰ ਗਲਤ ਕਰੂਗੀ ਜਾਂ ਜੇ ਉਹ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਵੇਗੀ ਤਾਂ ਉਹਦੇ ਖਿਲਾਫ ਡੈਮੋਕ੍ਰੈਟਿਕਲੀ ਆਵਾਜ਼ ਉਠਾਈ ਜਾ ਸਕਦੀ ਹੈ ਜਿਵੇਂ ਮਰਜ਼ੀ, ਪਰ ਇੱਕ ਚੁਣੀ ਹੋਈ ਗਵਰਨਮੈਂਟ ਨੂੰ ਬਾਈਪਾਸ ਕਰਕੇ ਸਿੱਧਾ ਸੈਂਟਰਲ ਰੂਲ ਦੀ ਤਰ੍ਹਾਂ ਬਿਹੇਵ ਕਰਨਾ, ਇਹ ਕਿਸੇ ਵੀ ਤਰ੍ਹਾਂ ਨਾ ਸੰਵਿਧਾਨਕ ਪੱਖ ਤੋਂ, ਨਾ ਜਮਹੂਰੀ ਪੱਖ ਤੋਂ, ਤੇ ਇਸ ਦੇਸ਼ ਦੇ ਭਵਿੱਖ ਦੇ ਪੱਖ ਤੋਂ ਇਹ ਚੰਗੀ ਪਿਰਤ ਨਹੀਂ ਹੈ, ਇਹ ਗਲਤ ਪਿਰਤ ਹੈ, ਤੇ ਇਹਦਾ ਵਿਰੋਧ ਹੋਣਾ ਚਾਹੀਦਾ। ਜੀ ਹਮੀਰ ਸਿੰਘ ਜੀ, ਜੇਕਰ ਗੱਲ ਕਰੀਏ ਸੂਬੇ ਦੇ ਮੌਜੂਦਾ ਹਾਲਾਤਾਂ ਨੂੰ ਦੇਖੀਏ ਤਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਅੰਦਰੂਨੀ ਕਾਟੋ ਕਲੇਸ਼ 'ਚ ਉਲਝੀਆਂ ਪਈਆਂ ਨੇ, ਤੇ ਪੰਜਾਬ ਦੀਆਂ ਚੋਣਾਂ ਜਿਹੜੀਆਂ ਹੁਣ ਸਿਰ 'ਤੇ ਨੇ, 1 ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ, ਤਾਂ ਲੋਕਾਂ ਕੋਲ ਬਦਲ ਕੀ ਹੋਏਗਾ? ਲੋਕ ਕੀ ਸੋਚ ਕੇ ਲੋਕਾਂ ਨੂੰ ਜਿਹੜਾ ਹੈਗਾ ਇਹ MLA ਦੀ ਚੋਣ ਕਰਨ? ਅਸਲ ਦੇ ਵਿੱਚ ਤਾਂ ਇਹੀ ਹੈ ਕਿ ਸਾਰੀਆਂ ਪਾਰਟੀਆਂ ਤਾਂ ਹੁਣ ਮਿਸ਼ਨ 22 ਲੈ ਕੇ ਹੀ ਚੱਲ ਰਹੀਆਂ ਨੇ, ਤੇ ਇਸੇ ਕਰਕੇ ਕਾਂਗਰਸੀਆਂ ਨੂੰ ਵੀ ਇਹ ਲੱਗਦਾ ਸੀਗਾ ਕਿ ਜੀ ਸ਼ਾਇਦ ਐਤਕੀ ਸਾਡੀ ਗੱਲ ਬਣ ਜੇ ਕਿਸਾਨ ਅੰਦੋਲਨ ਕਰਕੇ, ਕਿਉਂਕਿ ਅਸੀਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਰਹੇ ਹਾਂ। ਦੂਜੇ ਪਹਿਲਾਂ ਅਕਾਲੀ ਦਲ ਕੁਛ ਦਿਨ ਵਿਰੋਧ ਕਰਦਾ ਰਿਹਾ ਜਾਂ ਬਾਕੀ ਦੇ ਉਹਨਾਂ ਸਪੋਰਟ ਨਹੀਂ ਕੀਤੀ, ਤੇ ਪਰ ਉਹ ਗੱਲ ਚੱਲਦੇ ਹੁਣ ਅੰਦਰ ਵੱਡੇ ਮੁੱਦੇ ਆ ਗਏ। ਖਾਸ ਤੌਰ 'ਤੇ ਬੇਅਦਬੀ ਵਾਲਾ ਮਾਮਲਾ ਵੀ ਵਿੱਚ ਆ ਗਿਆ, ਤੇ ਉਹ ਬੇਅਦਬੀ ਦੇ ਮਾਮਲੇ ਦੇ ਉੱਤੇ ਹੁਣ ਕਾਂਗਰਸੀਆਂ ਨੂੰ ਇਹ ਲੱਗਣ ਲੱਗ ਗਿਆ ਕਿ ਸਾਡਾ ਵੀ ਲੋਕਾਂ 'ਚ ਜਾਣਾ ਬੜਾ ਮੁਸ਼ਕਲ ਹੋ ਜਾਏਗਾ। ਈਵਨ ਨਸ਼ੇ ਦਾ ਮੁੱਦਾ ਵੀ ਹੈ। ਸੁਖਜਿੰਦਰ ਰੰਧਾਵਾ ਨੇ ਹੁਣੇ ਕਿਸੇ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਜਿਹੜੀਆਂ ਹਰਪ੍ਰੀਤ ਸਿੱਧੂ ਦੀ ਅਗਵਾਈ ਦੇ ਵਿੱਚ ਟਾਸਕ ਫੋਰਸ ਬਣੀ ਸੀ ਨਸ਼ਿਆਂ ਦੇ ਖਿਲਾਫ, ਜਾਂ ਜਿਹੜੀ ਉਦੋਂ ਬਾਅਦ ਕੁਝ ਅਫਸਰਾਂ ਦੇ ਇਨਵੋਲਵ ਹੋਣ ਦਾ, ਨੈਕਸਸ ਦਾ ਪਤਾ ਲੱਗਿਆ ਸੀ, ਜਿਹੜੀ ਚਟੋਪਾਧਿਆ ਦੀ ਅਗਵਾਈ ਵਾਲੀ ਰਿਪੋਰਟ ਹੈ, ਉਹ ਦੋਨੇ ਰਿਪੋਰਟਾਂ ਜਨਤਕ ਕਿਉਂ ਨਹੀਂ ਕੀਤੀਆਂ ਜਾਂਦੀਆਂ, ਔਰ ਉਹ ਜਨਤਕ ਹੋਣੀਆਂ ਚਾਹੀਦੀਆਂ ਨੇ। ਇਹਦਾ ਮਤਲਬ ਇਹ ਮੁੱਦੇ ਦੁਬਾਰਾ ਉੱਭਰ ਗਏ ਨੇ, ਲੋਕਾਂ ਦੇ ਮੁੱਦੇ ਤਾਂ ਦੁਬਾਰਾ ਉੱਭਰ ਰਹੇ ਨੇ। ਪਾਰਟੀਆਂ ਕੋਲ ਉਹਨਾਂ ਦੇ ਬਾਰੇ ਜਵਾਬ ਕੋਈ ਨਹੀਂ ਹੈ, ਨਾ ਤਾਂ ਸੱਤਾਧਾਰੀ ਕਾਂਗਰਸ ਉਹਦਾ ਕੋਈ ਜਵਾਬ ਦੇ ਰਹੀ ਹੈ, ਉਹਦੇ ਕੋਈ ਜ਼ਿੰਮੇਵਾਰ ਬੰਦੇ ਜਵਾਬ ਦੇ ਰਹੇ ਨੇ ਕਿ ਇਹਨਾਂ ਦਾ ਮਾਮਲਾ ਕੀ ਹੈ, ਕਿਉਂ ਨਹੀਂ ਅਸੀਂ ਇਹ ਕਰ ਰਹੇ, ਤੇ ਨਾ ਦੂਜੀਆਂ ਪਾਰਟੀਆਂ ਨੇ ਇਹਦੇ 'ਤੇ ਕੋਈ ਲੰਮੀ ਸਟਰਗਲ ਲੜੀ ਹੈ। ਇਹਨਾਂ ਦੋਨਾਂ ਕਿਸੇ ਵੀ ਇਸ਼ੂ 'ਤੇ, ਲੋਕਾਂ ਦੇ ਇਸ਼ੂ 'ਤੇ, ਉਹ ਕਿਸੇ ਵੀ ਮੁੱਦੇ 'ਤੇ ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਹੁਣ
ਸੱਤਾ ਪ੍ਰਾਪਤੀ ਦੀ ਗੱਲ ਕਰ ਰਹੇ ਨੇ। ਈਵਨ ਜਿਹੜੇ ਹੁਣ ਵਿਰੋਧ ਵੀ ਕਰ ਰਹੇ ਨੇ, ਨਵਜੋਤ ਸਿੱਧੂ ਹੋਵੇ ਜਾਂ ਕਾਂਗਰਸ ਦੇ ਪਿਛਲੇ ਬਾਕੀ ਵੀ ਬੰਦੇ, ਤਾਂ ਇਹ ਸਵਾਲ ਉਹਨਾਂ ਤੇ ਵੀ ਉੱਠਦਾ ਕਿ ਭਾਈ ਸਾਹਿਬ 4-4.5 ਸਾਲ ਚੁੱਪ ਰਹੇ ਜਾਂ ਬਹੁਤ ਕਮਜ਼ੋਰ ਬੋਲਦੇ ਰਹੇ, ਜਿਹੜੇ ਬੋਲਦੇ ਵੀ ਰਹੇ, ਇਹ ਜ਼ਿੰਮੇਵਾਰੀ ਹੁਣ ਇਕੱਲੇ ਆ 3 ਮਹੀਨਿਆਂ 'ਚ ਨਹੀਂ ਨਿਬੜਨੀ, ਇਹਨੂੰ ਹੋਰ ਉਹ ਕਰਨਾ ਚਾਹੀਦਾ। ਪਰ ਫਿਰ ਵੀ ਜਦ ਵੀ ਕੋਈ ਬੋਲਦਾ, ਜੇ ਕੋਈ ਵਾਜਬ ਗੱਲ ਤੇ ਬੋਲਦਾ, ਉਹਦਾ ਸਵਾਰਥ ਉਹਦੇ 'ਚ ਕੱਢ ਕੇ ਜੇਕਰ ਲੋਕਾਂ ਦੇ ਮੁੱਦਿਆਂ ਤੇ ਬੋਲੇ ਤਾਂ ਉਹਦਾ ਸਵਾਗਤ ਹੋਣਾ ਚਾਹੀਦਾ। ਉਸ ਤੋਂ ਬਾਅਦ ਵੀ ਪੰਜਾਬ ਬੜੀ ਦੇਰ ਤੋਂ ਤਲਾਸ਼ਦਾ ਕਿ ਕੁਝ ਚੰਗੇ ਬੰਦੇ, ਚੰਗੀਆਂ ਧਿਰਾਂ, ਚੰਗੀ ਅਪਰੋਚ ਤੇ ਚੰਗਾ ਏਜੰਡਾ। ਇਕੱਲੇ ਬੰਦੇ ਦਾ ਸਵਾਲ ਨਹੀਂ, ਇੱਕ ਬੰਦਾ ਆ ਗਿਆ ਜੀ, ਬੰਦਾ ਮੂਹਰੇ ਆ ਗਿਆ, ਫਲਾਨਾ ਆ ਗਿਆ, ਜਿਹਨੂੰ ਮਰਜ਼ੀ ਫੇਰ ਬਣਾ ਦਿਓ। ਸਰਕਾਰਾਂ ਲੋਕ ਬਾਰ-ਬਾਰ ਵੀ ਬਦਲਦੇ ਨੇ। ਪੰਜਾਬ ਨੂੰ ਇੱਕ ਗਹਿਰ ਗੰਭੀਰ ਏਜੰਡੇ ਦੀ ਲੋੜ ਹੈ, ਜਿਹੜਾ ਪੰਜਾਬ ਲਈ ਫੈਡਰਲਿਜ਼ਮ ਤੇ ਲੜੇ। ਮਮਤਾ ਇਕੱਲੀ ਲੜ ਰਹੀ ਹੈ ਜੇਕਰ ਉੱਥੇ ਫੈਡਰਲਿਜ਼ਮ ਤੇ, ਪੰਜਾਬ ਸ਼ੁਰੂ ਕਰਨ ਵਾਲਾ ਫੈਡਰਲਿਜ਼ਮ ਦੀ ਲੜਾਈ, ਤੇ ਇੱਥੇ ਫੈਡਰਲਿਜ਼ਮ ਤੇ ਗੱਲ ਹੀ ਨਹੀਂ ਹੋ ਰਹੀ। ਇਹ ਆਪਦੇ ਕਾਟੋ ਕਲੇਸ਼ 'ਚ ਬੰਦ ਹੈ ਜੀ। ਇਸੇ ਤਰ੍ਹਾਂ ਜਦੋਂ ਸਮਝ ਆਉਂਦੀ ਹੈ ਕਿ ਗੁਆਂਢੀ ਦੇਸ਼ਾਂ ਨਾਲ, ਬਾਹਰਲਿਆਂ ਨਾਲ ਜਿਹੜਾ ਵਪਾਰ ਜੇਕਰ ਸਾਡਾ ਖੁੱਲ੍ਹ ਜਾਂਦਾ ਤਾਂ ਸਾਡੀ ਰੋਜੀ ਰੋਟੀ ਚੱਲ ਜਾਏਗੀ, ਬੇਰੁਜ਼ਗਾਰੀ ਠੀਕ ਹੋ ਜਾਏਗੀ, ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋ ਜਾਏਗਾ, ਤੇ ਕੋਈ ਗੱਲ ਹੀ ਨਹੀਂ ਕਰ ਰਿਹਾ ਉਸ ਮਾਮਲੇ 'ਚ। ਜਾਂ ਲੋਕਾਂ ਦੀ ਇੰਪਾਵਰਮੈਂਟ ਦੀ ਕੋਈ ਗੱਲ ਹੀ ਨਹੀਂ। ਉਹ ਤਾਂ ਇੰਪਾਵਰ ਖੁਦ ਨੂੰ ਕਰਨ ਦੀ ਗੱਲ ਕਰਦੇ ਨੇ ਕਿ ਮੈਨੂੰ ਲਿਆਓ, ਮੈਂ ਬਚਾਊਂਗਾ। ਤੈਨੂੰ ਲਿਆ ਕੇ ਤਾਂ ਬਾਰ-ਬਾਰ ਦੇਖ ਲਿਆ ਲੋਕਾਂ ਨੇ, ਤੂੰ ਕਿਵੇਂ ਬਚਾਏਂਗਾ? ਇਹ ਇੱਕ ਓਵਰਆਲ ਸਟ੍ਰੈਟਜੀ ਦਾ ਸਵਾਲ ਹੈ, ਰਣਨੀਤੀ ਦਾ ਸਵਾਲ ਹੈ। ਪੰਜਾਬ ਦੇ ਲੋਕ ਜਿਸ ਢੰਗ ਨਾਲ ਜੇਕਰ ਸੱਥਾਂ 'ਚ ਜਿਵੇਂ ਅੰਦੋਲਨ ਦੇ ਵਿੱਚ ਨੇ, ਉਹ ਆਪਣੇ ਤਰੀਕੇ ਨਾਲ ਸੋਚ ਵੀ ਰਹੇ ਨੇ, ਤੇ ਜੇਕਰ ਉਹ ਸਾਰੇ ਲੋਕ ਇੱਕ ਅਲੱਗ ਪੰਜਾਬ ਨੂੰ ਬਚਾਉਣ ਦੇ ਏਜੰਡੇ ਨੂੰ ਫੋਲੋ ਕਰਨਗੇ, ਬਾਕੀ ਪਾਰਟੀਆਂ ਨੂੰ ਮਜਬੂਰ ਕਰਨਗੇ ਉਸ ਏਜੰਡੇ ਤੇ ਆਉਣ ਦੇ ਵਾਸਤੇ, ਤਾਂ ਸ਼ਾਇਦ ਭਵਿੱਖ ਦੇ ਵੱਲ ਕੋਈ ਗੱਲ ਚੱਲੂਗੀ। ਨਹੀਂ ਤਾਂ ਇਹ ਕਾਟੋ ਕੋਲੇ ਛੁੜਜੀ ਰਹਿ ਜਾਣੀ ਹੈ, ਨੁਕਸਾਨ ਪੰਜਾਬ ਦਾ ਹੋਣਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।